हिरासत में डिटेल लीक किया? नहीं जी, नहीं जी, अभी तक कोई भी डिटेन नहीं किया अंदर? जी नहीं, कोई आइडेंटिफाई हुआ हमला तो नहीं है जी? जी नहीं। गुरदीप ਤੁਹਾਨੂੰ ਜਾਣਕਾਰੀ ਕੀ ਮਿਲੀ ਸੀ ਤੁਸੀਂ ਉੱਥੇ ਗਏ ਹੋ ਪੁਲਿਸ ਦਾ ਅੰਦਰ ਗਏ ਹੋ Firing, ਤੁਹਾਨੂੰ sir, ਜਾਣਕਾਰੀ क्या क्या आपको क्या कॉल आई थी? सिर्फ फायरिंग हुई है अंदर तो फायरिंग यही मिली सी कितने लोग मारे गए? ਇਹਦੇ ਬਾਰੇ ਹਜੇ ਤੁਹਾਨੂੰ ਦੱਸ ਦਾਂਗੇ ਬਾਅਦ ਚ ਦੱਸ जो राइफल चोरी हुई थी उसको लेके कोई आपको जानकारी दी गई ਨਹੀਂ थी? ਕੋਈ ਉਹਦੇ ਬਾਰੇ ਦੱਸਿਆ ਗਿਆ ਸੀ ਸਰ आपको बताया गया था जी। कितने दिन पहले से? ਕੱਲ ਸ਼ਾਮ ਨੂੰ सर जिन्ना व्यक्ति ने गोलियां चलाई कोई उन्हें कोई जानकारी ਨਹੀਂ ਕੋਈ ਜਾਣਕਾਰੀ ਨਹੀਂ सर सर्च ऑपरेशन कहाँ चला रहे हैं आर्मी स्टेशन के अंदर ही पंजाब पुलिस कहाँ भी ढूंढ मदद रहे कर हैं रही है सर्च ऑपरेशन में? कौन लोग हो सकता है ਨਹੀਂ ਮੈਂ ਤੁਹਾਨੂੰ ਕਿਹਾ ਇਹਦੇ ਬਾਰੇ ਨੋ ਕਮੈਂਟਸ ਵਾਲੀ ਮੇਰੇ ਐਸਪੀ ਸਾਹਿਬ ਆ ਰਹੇ ਹੋ ਉਹਦੇ ਰਿਗਾਰਡਿੰਗ ਤੁਹਾਨੂੰ आपने अपनी पंजाब पुलिस ने एफआईआर लॉन्च की है इस इंसिडेंट की? ਜੀ ਹਾਂ ਕਰਾਂਗੇ ਫਿਰ ਲੌਸ ਕਰ ਦੇंगे सर ये राइफल चोरी होने की कब दी है जी पंजाब पुलिस को? ਕੱਲ ਸ਼ਾਮ को दी 2 दिन से नहीं बताया गया था? नहीं परसों ही नहीं शायद कल शाम को ਮਾਮਲਾ ਦਰਜ ਹੋ ਗਿਆ ਐਫਆਈ ਦਰਜ ਹੋ कोई गई एफआईआर कौन से सेक्टर फिर दर्ज कर रहे हैं सर कोई कंप्लेंट आर्मी की तरफ से आपको कंप्लेंट रिसीव हुई है? जी हाँ रिसीव हुई है सर डेड बॉडीज के अंदर ही अभी है उनका पोस्टमार्टम करवाने के लिए आप लेके आए उनका पोस्टमार्टम नहीं, मैं तुम दस इस बार एसपी साहब आ गए तुम दस बठिंडा में एक इंटरनल फाइट का मैटर था तो मेरी एसएसपी साहब से बात हुई है तो वो उस पे जांच पड़ताल चल रही है। आपस में झगड़े में वो सारा हुआ है जी। बाकी ठीक है, झगड़े में हुआ उसकी जांच पड़ताल चल रही है कि ये किन कारणों के कारण ये झगड़ा हुआ आपस में। मैम कपलप्रीत जो है वो गिरफ्तार हो चुका है। अमृतपाल की गिरफ्तारी कब तक एक्सपेक्ट की जाएगी? देखिए पुलिस कार्रवाई कर रही है जी, पुलिस ने ही ये सारी चीज से जांच पड़ताल से लगी हुई होई इस गल का जवाब दे। ਤਾਂ ਵੱਡੀ ਖਬਰ ਇਸ ਸਮੇਂ ਹੈ ਕਿਉਂਕਿ ਬਹੁਤ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ। ਜਦੋਂ ਆਰਮੀ ਦੇ ਇਲਾਕੇ ਦੇ ਵਿੱਚ ਕੋਈ ਘਟਨਾਕ੍ਰਮ ਵਾਪਰਦਾ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਲਾਜ਼ਮੀ ਤੌਰ ਤੇ ਉੱਠਦੇ ਨੇ ਔਰ ਇਹ ਰਾਈਫਲ ਇੱਕ ਚੋਰੀ ਹੁੰਦੀ ਹੈ। ਇਹ ਕਿਹਾ ਜਾ ਰਿਹਾ ਕਿ ਪਰਸੋਂ ਰਾਈਫਲ ਗਾਇਬ ਹੋਈ ਸੀ ਔਰ ਕੱਲ ਸ਼ਾਮ ਨੂੰ ਉਸ ਦੀ ਕੰਪਲੇਂਟ ਬਠਿੰਡਾ ਪੁਲਿਸ ਦੇ ਕੋਲ ਵੀ ਪਹੁੰਚ ਗਈ। ਉਹ ਵੀ ਆਰਮੀ ਦਾ ਇੱਕ ਪੂਰਾ ਪ੍ਰੋਸੈਸ ਹੁੰਦਾ ਕਿ ਪੁਲਿਸ ਦੇ ਕੋਲ ਜਿਹੜੀ ਇਸ ਤਰੀਕੇ ਦੀ ਕੋਈ ਘਟਨਾ ਹੋਵੇ ਤਾਂ ਉਸ ਦੀ ਜਾਣਕਾਰੀ ਦੇਣੀ ਹੁੰਦੀ ਹੈ। ਤਾਂ ਉਹ ਪੁਲਿਸ ਦੇ ਕੋਲ ਜਾਣਕਾਰੀ ਪਹੁੰਚੀ ਕੱਲ ਸ਼ਾਮ ਨੂੰ ਤੇ ਅੱਜ ਸਵੇਰੇ ਤੜਕੇ 4:35 ਦੇ ਉੱਤੇ ਇਹ ਘਟਨਾਕ੍ਰਮ ਵਾਪਰ ਗਿਆ ਕਿ ਜਿਹੜੀ ਰਾਈਫਲ ਇਨਸਾਸ ਰਾਈਫਲ ਜਿਹੜੀ ਚੋਰੀ ਹੋਈ ਜਾਂ ਗੁੰਮ ਹੋਈ ਉਸ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਵੀ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਹੈ। ਪਰ ਦੂਜੇ ਪਾਸੇ ਜੋ ਸਭ ਤੋਂ ਅਹਿਮ ਜਾਣਕਾਰੀ ਐਸਐਸਪੀ ਜਾਂ ਏਡੀਜੀਪੀ ਜਦੋਂ ਪੰਜਾਬ ਨਿਊਜ਼ 18 ਪੰਜਾਬ ਦੇ ਨਾਲ ਜੁੜੇ ਤਾਂ ਉਹਨਾਂ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਪੁਆਇੰਟ ਨੰਬਰ 1 ਕਿ ਇਹ ਪੂਰਾ ਹਮਲਾ ਜਾਂ ਪੂਰਾ ਮਾਮਲਾ ਟੈਰਰਿਸਟ ਐਂਗਲ ਤੋਂ ਨਹੀਂ ਦੇਖਿਆ ਜਾ ਸਕਦਾ, ਇਹ ਕੋਈ ਅੱਤਵਾਦੀ ਘਟਨਾ ਨਹੀਂ ਹੈ। ਪੁਆਇੰਟ ਨੰਬਰ 2 ਜਿਹੜਾ ਅਸੀਂ ਜਿਸ ਦਾ ਜ਼ਿਕਰ ਕਰ ਰਹੇ ਹਾਂ ਕਿ ਇਹ ਮਿਲਟਰੀ ਸਟੇਸ਼ਨ ਦੇ ਅੰਦਰ ਹੀ ਵਾਪਰਿਆ ਪੂਰਾ ਘਟਨਾਕ੍ਰਮ ਹੈ ਔਰ ਜਦੋਂ ਅੰਦਰ ਆਪਸ ਦੇ ਵਿੱਚ ਇਹ ਭਿੜੇ ਨੇ ਹੁਣ ਕੌਣ ਭਿੜਿਆ ਹੈ ਉਸ ਨੂੰ ਲੈ ਕੇ ਅੱਜ ਤੱਕ ਮਿਲਟਰੀ ਦੇ ਵੱਲੋਂ ਆਰਮੀ ਦੇ ਵੱਲੋਂ ਕੁਝ ਵੀ ਸਾਫ਼ ਨਹੀਂ ਕੀਤਾ ਗਿਆ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਬਹੁਤ ਜਲਦੀ ਇਹ ਚੀਜ਼ਾਂ ਸਾਫ਼ ਕਰਨ ਦੀ ਕੋਸ਼ਿਸ਼ ਉਹ ਵੀ ਕਰਨਗੇ। ਉਸ ਤੋਂ ਬਾਅਦ ਬਠਿੰਡਾ ਪੁਲਿਸ ਕੀ ਕਹਿ ਰਹੀ ਹੈ? ਬਠਿੰਡਾ ਪੁਲਿਸ ਕਹਿ ਰਹੀ ਹੈ ਕਿ ਜਿਹੜਾ ਅੰਦਰ ਘਟਨਾਕ੍ਰਮ ਹੋਇਆ ਇੱਕ ਦਿਨ ਪਹਿਲਾਂ ਉਹਨਾਂ ਦੇ ਕੋਲ ਜਾਣਕਾਰੀ ਪਹੁੰਚ ਗਈ ਸੀ ਕਿ ਇੱਕ ਰਾਈਫਲ ਗੁੰਮ ਹੋਈ ਹੈ ਜਾਂ ਚੋਰੀ ਹੋਈ ਹੈ। ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਜੋ ਮੌਜੂਦਾ ਸਮੇਂ ਦੇ ਵਿੱਚ ਘਟਨਾਕ੍ਰਮ ਵਾਪਰਿਆ ਸਵੇਰੇ 4:35 ਦੇ ਉੱਤੇ ਉਸ ਦੇ ਵਿੱਚ ਵੀ ਅੱਗੇ ਇਨਫੋਰਮੇਸ਼ਨ ਜਾਂ ਫਿਰ ਆਰਮੀ ਦੇ ਨਾਲ ਗੱਲਬਾਤ ਕਰਕੇ ਜਾਂਚ ਹੋਵੇਗੀ। ਔਰ ਇੱਕ ਹੋਰ ਅਹਿਮ ਪੁਆਇੰਟ ਇਹ ਹੈ ਕਿ ਅੰਦਰ ਹੁਣ ਤੱਕ ਕਿਸੇ ਨੂੰ ਵੀ ਡਿਟੇਨ ਨਹੀਂ ਕੀਤਾ ਗਿਆ, ਯਾਨੀ ਕਿ ਆਰਮੀ ਸਟੇਸ਼ਨ ਦੇ ਅੰਦਰ ਜਿਸ ਨੇ ਗੋਲੀਆਂ ਚਲਾਈਆਂ ਕਿ ਉਹ ਖੁਦ ਵੀ ਮਾਰਿਆ ਗਿਆ ਜਾਂ ਨਹੀਂ ਇਹ ਕਲੀਅਰ ਨਹੀਂ ਹੈ ਕਿ ਉਹ ਹੁਣ ਪੁਲਿਸ ਦੀ ਗ੍ਰਿਫਤਾਰ ਕਈ ਆਰਮੀ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਕਾਬੂ ਕਰਨ 'ਚ ਕਾਮਯਾਬ ਹੋਏ ਨੇ ਨਹੀਂ ਹੋਏ ਨੇ। ਫਿਲਹਾਲ ਜਿਹੜੀ ਬਠਿੰਡਾ ਪੁਲਿਸ ਹੈ ਉਹ ਸਾਫ਼ ਕਰ ਰਹੀ ਹੈ ਕਿ ਅੱਜ ਤੱਕ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਕਿ ਅੰਦਰ ਕੋਈ ਡਿਟੇਨ ਕਰ ਲਿਆ ਗਿਆ ਜਾਂ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਜਾਰੀ ਹੈ, ਕਿਉਂ ਹੋਇਆ ਕਿਵੇਂ ਹੋਇਆ ਔਰ ਇਸ ਦੇ ਪਿੱਛੇ ਵਜ੍ਹਾ ਕੀ ਸੀ, ਤਕਰਾਰ ਕਦੋਂ ਹੋਈ ਕਿਵੇਂ ਹੋਈ, ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਕੁਝ ਅਹਿਮ ਪੁਆਇੰਟਸ ਨੇ ਜਿਨ੍ਹਾਂ ਦੇ ਜ਼ਰੀਏ ਅਸੀਂ ਤੁਹਾਨੂੰ ਪੂਰਾ ਇਨਸੀਡੈਂਟ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। 10 ਪੁਆਇੰਟਸ ਦੇ ਜ਼ਰੀਏ ਜਿਹੜੇ ਹੁਣੇ ਦਰਸ਼ਕ ਸਾਡੇ ਨਾਲ ਜੁੜੇ ਨੇ ਉਹਨਾਂ ਤੱਕ ਇਹ ਪੂਰੀ ਜਾਣਕਾਰੀ ਪਹੁੰਚੇਗੀ ਕਿ ਆਖਿਰ ਬਠਿੰਡਾ ਦੇ ਵਿੱਚ ਹੋਇਆ ਕੀ ਕੁਝ ਹੈ। ਬਠਿੰਡਾ ਦਾ ਮਿਲਟਰੀ ਸਟੇਸ਼ਨ ਹੈ, ਬਹੁਤ ਸੈਂਸਿਟਿਵ ਇਲਾਕੇ ਹੁੰਦੇ ਨੇ ਜਦੋਂ ਮਿਲਟਰੀ ਸਟੇਸ਼ਨ ਦਾ ਆਪਾਂ ਖਾਸ ਤੌਰ ਤੇ ਜ਼ਿਕਰ ਕਰਦੇ ਹਾਂ ਤਾਂ ਉੱਥੇ ਆਮ ਲੋਕਾਂ ਨੂੰ ਜਾਣ ਦੀ ਕੋਈ ਇਜਾਜ਼ਤ ਨਹੀਂ ਹੁੰਦੀ ਤੇ ਮਿਲਟਰੀ ਸਟੇਸ਼ਨ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ। ਅੰਦਰ ਕੋਈ ਬਾਹਰੋਂ ਨਹੀਂ ਗਿਆ, ਜੋ ਜਾਣਕਾਰੀ ਹੈ ਕੋ ਅੰਦਰ ਹੀ ਇਹ ਪੂਰਾ ਘਟਨਾਕ੍ਰਮ ਵਾਪਰਿਆ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਅਮਨ ਭਾਰਦਵਾਜ ਸਾਡੇ ਨਾਲ ਜੁੜ ਰਹੇ ਨੇ ਹੋਰ ਜਾਣਕਾਰੀ ਦੇ ਨਾਲ ਉਹਨਾਂ ਦਾ ਰੁਕ ਕਰਾਂਗੇ ਸਿੱਧਾ। ਅਮਨ ਕੀ ਕੁਝ ਤੁਹਾਡੇ ਕੋਲ ਇਸ ਸਮੇਂ ਇਨਫੋਰਮੇਸ਼ਨ ਹੈ ਬਠਿੰਡਾ ਵਾਲੇ ਪੂਰੇ ਇਨਸੀਡੈਂਟ ਨੂੰ ਲੈ ਕੇ? देखो गौरव इस वेले मैं पुलिस स्टेशन जो कैंट पैंदा बठिंडा का उत्थे मौजूद हाँ और कुछ ही देर पहला जी जानकारी है इत्थे दे SHO गुरदीप सिंह वो साझी कर रहे थे कि 2 जने सीगे ये जानकारी निकल के आई है कि 2 जने सीगे जिन्हां वल्लों हमला किया गया और अगे दी इन्वेस्टिगेशन की जा रही है और हो सकता है कि इस दे अंदर जल्द जी FIR वो की जाए। हालांकि इन्वेस्टिगेशन का पार्ट है। गुरदीप सिंह इस वेले साडे नाल है। गुरदीप जी तुसीं जानकारी दे रहे सी कि 2 जने सीगे जिन्हां ने हमला किया। लगातार ही
ਹਾਲੇ ਕੋਈ ਕਲੀਅਰ ਨਹੀਂ, ਵੈਸੇ ਜਿਹੜੀ ਮੁੱਢਲੀ ਇਨਫੋਰਮੇਸ਼ਨ ਵੀ 2 ਬੰਦਿਆਂ ਨੇ ਫਾਇਰਿੰਗ ਕੀਤੀ। 2 ਬੰਦੇ ਨੇ ਫਾਇਰਿੰਗ ਕੀਤੀ। ਤੁਹਾਡੇ ਕੋਲ ਕਿਆ ਕੋਈ ਕੰਪਲੇਂਟ ਹੁਣ ਆਈ ਹੈ? ਇਹ ਬੀਤੀ ਰਾਤ ਦੀ ਵੀ ਤੁਸੀਂ ਦੱਸ ਰਹੇ ਹੋ ਕੰਪਲੇਂਟ ਹੋਈ, ਔਰ ਇਸ 'ਚ FIR ਕੀਤੀ ਜਾ ਰਹੀ ਹੈ? ਸਾਨੂੰ ਫੋਨ ਤੇ ਜਾਣਕਾਰੀ ਮਿਲੀ ਸੀ ਅੰਦਰ ਫਾਇਰਿੰਗ ਹੋਈ ਹੈ, ਜਿਹਦੇ ਬਾਰੇ ਸਾਡੀ ਫੋਰੈਂਸਿਕ ਟੀਮ ਤੇ ਸਾਡੇ ਸੀਨੀਅਰ ਅਫਸਰ ਉੱਥੇ ਗਏ ਹੋਏ ਆ। ਆਉਣ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ। ਫਾਇਰਿੰਗ ਕਿਹੜੇ ਏਰੀਆ 'ਚ ਕੀਤੀ ਗਈ, ਕਿੰਨੇ ਜਣੇ, ਤੇ ਕਿਉਂਕਿ 4 ਜਣੇ ਡੈਡ ਦੱਸੇ ਕੈਂਟ ਏਰੀਆ ਦੇ ਵਿੱਚ ਹੋਈ ਹੈ। ਬਾਕੀ ਸਾਡੀ ਤੁਹਾਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਤੁਹਾਨੂੰ ਕਲੀਅਰ ਦੱਸਿਆ ਜਾਊਗਾ। ਪਰ ਸਾਡੀ ਫੋਰੈਂਸਿਕ ਟੀਮ ਉੱਥੇ ਗਈ ਵੀ ਹੈ, ਡੌਗ ਸਕਾਡ ਗਿਆ ਹੋਇਆ। ਆਉਣ ਤੋਂ ਬਾਅਦ ਤੁਹਾਨੂੰ ਸਾਰੀ ਕਹਾਣੀ ਕਲੀਅਰ ਕੀਤੀ ਜਾਊਗੀ। ਹੁਣ ਤੱਕ ਕੀ ਨਿਕਲ ਕੇ ਆਇਆ ਜੀ? ਹੋਰ ਕੀ ਆਇਆ ਕਿ 2 ਜਣੇ ਤੋਂ ਇਲਾਵਾ ਕੌਣ ਸੀਗੇ, ਉਹਨਾਂ ਦੀ ਪਛਾਣ ਹੋਈ ਹੈ? ਨਹੀਂ, ਬਸ ਹਾਲੀ ਇੱਦਾਂ ਹੀ ਹੈ। ਉਹਨਾਂ ਨੂੰ ਡਿਟੇਨ ਕੀਤਾ ਗਿਆ ਹੈ ਜੀ? ਜੀ ਨਹੀਂ, ਹਾਲੀ ਕੋਈ ਬੰਦਾ ਡਿਟੇਨ ਨਹੀਂ ਕੀਤਾ ਗਿਆ। ਠੀਕ ਹੈ। ਤਾਂ ਗੌਰਵ, ਜਿਵੇਂ ਗੁਰਦੀਪ ਸਿੰਘ ਹੋਣੀ ਜਾਣਕਾਰੀ ਦੇ ਰਹੇ ਸੀ ਕਿ 2 ਜਣੇ ਹੈ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਔਰ 4 ਜਣੇ ਦੀ ਜਾਨ ਗਈ ਹੈ, ਔਰ ਇਹ ਬਿਲਕੁਲ ਸਾਹਮਣੇ ਪੁਲਿਸ ਸਟੇਸ਼ਨ ਪੈਂਦਾ ਹੈ ਜਿਸ ਮਿਲਟਰੀ ਸਟੇਸ਼ਨ ਦੇ ਅੰਦਰ ਪੂਰੀ ਇਹ ਘਟਨਾ ਹੋਈ ਹੈ। ਜੀਓ ਮੈਸ ਦੇ ਅੰਦਰ ਇਹ ਪੂਰਾ ਇਨਸੀਡੈਂਟ ਹੋਇਆ। ਉਸ ਤੋਂ ਬਾਅਦ ਰਾਤ ਵੀ ਸ਼ਿਕਾਇਤ ਜਿਹੜੀ ਹੈ ਉਹ ਦੱਸਿਆ ਗਿਆ SHO ਵੱਲੋਂ ਕਿ ਮਿਲੀ ਸੀ ਜੋ ਇੰਸਾਸ ਰਾਈਫਲ ਗਾਇਬ ਹੋਈ ਸੀ, ਔਰ ਉਸ ਤੋਂ ਬਾਅਦ ਹੁਣ ਵੀ ਜੋ ਲੀਡ ਮਿਲ ਰਹੀ ਹੈ ਉਸ ਮੁਤਲਕ ਕਾਰਵਾਈ ਕੀਤੀ ਜਾ ਰਹੀ ਹੈ, ਔਰ ਹੋ ਸਕਦਾ ਕਿ ਜਲਦ FIR ਵੀ ਜਿਹੜੀ ਹੈ ਉਨ 2 ਸ਼ਖਸ ਦੇ ਖਿਲਾਫ ਦਰਜ ਕੀਤੀ ਜਾਵੇਗੀ। ਬਿਲਕੁਲ ਲਾਜ਼ਮੀ ਤੌਰ ਤੇ ਤਾਂ ਪੁਲਿਸ ਦਾ ਪੂਰਾ ਪ੍ਰੋਸੈਸ ਹੈ ਜਿਹੜਾ ਹੌਲੀ ਹੌਲੀ ਅੱਗੇ ਵਧੇਗਾ। ਜਾਂਚ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਣਗੀਆਂ। ਅਮਨ, ਜੋ ਤੁਸੀਂ ਜ਼ਿਕਰ ਕਰ ਰਹੇ ਹੋ, ਤਾਂ ਵੱਡੀ ਖਬਰ ਇਸ ਸਮੇਂ, ਅਮਨ ਮੈਂ ਤੁਹਾਡੇ ਕੋਲ ਵਾਪਸ ਆਉਣਾ, ਸਾਡੇ ਨਾਲ ਬਣੇ ਰਹਿਣਾ। ਵੱਡੀ ਖਬਰ ਇਸ ਸਮੇਂ ਹੈ ਕਿ ਜੋ ਬਠਿੰਡਾ ਪੁਲਿਸ ਇਸ ਸਮੇਂ ਕੀ ਕਹਿ ਰਹੀ ਹੈ ਕਿ 2 ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ, ਇਹ ਮੁੱਢਲੀ ਤੌਰ ਦੇ ਉੱਤੇ ਜਾਣਕਾਰੀ ਮਿਲ ਰਹੀ ਹੈ। ਦੂਜੇ ਪਾਸੇ 4 ਲੋਕਾਂ ਦੇ ਉੱਤੇ ਫਾਇਰ ਹੋਏ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ, ਉਹ ਡੈੱਡ ਕਰਾਰ ਦਿੱਤੇ ਗਏ ਨੇ, ਔਰ ਉਸ ਤੋਂ ਬਾਅਦ ਹੁਣ ਤੱਕ ਕਿਸੇ ਨੂੰ ਰਿਟੇਨ ਨਹੀਂ ਕੀਤਾ ਗਿਆ। ਤਾਂ ਇਸ ਦਾ ਇੱਕ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਉਹ ਸ਼ਾਇਦ ਮਿਲਟਰੀ ਏਰੀਆ ਦੇ ਵਿੱਚ ਹੀ ਅੰਦਰ ਜਾ ਕੇ ਕਿਤੇ ਲੁਕ ਗਏ, ਇਸ ਕਰਕੇ ਪੂਰਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂ ਉਹ ਕਿੱਥੇ ਦੌੜ ਗਏ ਇਸ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੋਵੇਗੀ, ਜਾਂ ਫਿਰ ਜਿਹੜੇ 4 ਲੋਕ ਨੇ ਉਹਨਾਂ ਦੇ ਵਿੱਚ ਹੀ ਉਹ 2 ਵੀ ਸ਼ਾਮਲ ਸੀ। ਇਹ ਵੀ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਹੈ। ਅਮਨ, ਇਹ ਵੀ ਜਾਣਨਾ ਚਾਹਾਂਗੇ ਕਿ ਜਿਹੜੇ 4 ਜਿਨ੍ਹਾਂ ਦੀ ਡੈਥ ਹੋਈ ਹੈ, ਜਿਨ੍ਹਾਂ ਦੀ ਮੌਤ ਹੋ ਗਈ ਹੈ, ਔਰ ਜਿਹੜੇ 2 ਗੋਲੀਆਂ ਚਲਾਉਣ ਵਾਲੇ ਸੀ, ਇਹ ਵੱਖ-ਵੱਖ ਨੇ? ਕਿਉਂਕਿ ਪੁਆਇੰਟ ਇਹ ਵੀ ਹੈ ਕਿ ਜੇਕਰ ਸਵੇਰੇ 4-4:30 ਵਜੇ ਘਟਨਾ ਵਾਪਰੀ ਹੈ, ਗੋਲੀਆਂ ਚਲਾਈਆਂ ਗਈਆਂ, 2 ਲੋਕ ਸੀ, ਤਾਂ ਹੁਣ ਤੱਕ ਕਿਸੇ ਨੂੰ ਰਿਟੇਨ ਗ੍ਰਿਫਤਾਰ ਕਿਉਂ ਨਹੀਂ ਕਰ ਪਾਈ ਹੈ ਪੁਲਿਸ ਜਾਂ ਆਰਮੀ? ਕਿ ਉੱਥੇ ਲੁਕੇ ਹੋਣ ਦਾ ਖਦਸ਼ਾ ਹੈ, ਜਾਂ ਫਰਾਰ ਹੋ ਗਏ, ਜਾਂ ਆਖਿਰ ਅੱਗੇ ਦੀ ਜਾਣਕਾਰੀ ਕੀ ਹੈ? देखो गौरव, इसी पॉसिबिलिटी है कि अंदर शायद कोई लीड मिली होवे, उन्होंने डिटेन किया होवे, लेकिन ऑफिशियल जिहड़ी स्टेटमेंट है, ऑफिशियल क्लैरिटी है इसते उसकी उड़ीक जरूर रहिंदी है। जिवें 2 जणे ते स्पैकुलेशन सीगी कि 2 जणियां ने हमला किया, तो जदों तक SHO ने उसनूं क्लैरीफाई नहीं किया कि हाँ ये इन्वेस्टिगेशन सामने आया कि 2 जणे सीगे जिन्हां ने हमला किया, उदों तक एक क्लैरिटी का इंतजार जरूर रहिंदा है। सूरज मेरे नाल ने इस वेले, सूरज दे कोल विजुअल्स भी आए ने जिन्हां दी डेड बॉडी, जिन्हां दी डेथ हुई है 4 जने दी, उन्होंने अस्पताल भी पोस्टमार्टम ਲਈ ਪਹੁੰਚਾਇਆ ਗਿਆ ਹੈ। क्या अस्पताल ਪਹੁੰਚਾਇਆ ਗਿਆ सूरज? ਬਿਲਕੁਲ ਹਸਪਤਾਲ ਨੂੰ ਲੈ ਕੇ ਆਇਆ ਗਿਆ। 4 ਡੈੱਡ ਬੋਡੀ ਦੱਸ ਰਹੇ ਨੇ। ਹੁਣ ਤੋਂ ਪਹਿਲਾਂ ਆਰਮੀ ਦੀ ਜਿਹੜੀ ਐਂਬੂਲੈਂਸ ਸੀ ਉਸ ਦੇ ਰਸਤੇ ਜਿਹੜੇ ਉੱਥੇ ਲੈ ਕੇ ਆਏ ਨੇ। ਪਹਿਲਾਂ ਕਿਆਸ ਇਹ ਲਾਏ ਰਿਹਾ ਸੀ ਕਿ ਲੋਕਲ ਜਿਹੜੀ ਐਂਬੂਲੈਂਸ ਆ ਉਹਦੇ ਜ਼ਰੀਏ ਲੈ ਕੇ ਜਾਇਆ ਜਾਵੇ, ਪਰ ਸੁਰੱਖਿਆ ਨੂੰ ਦੇਖਦੇ ਹੋਏ ਜਿਹੜੀ ਆਰਮੀ ਦੀ ਆਪਣੀ ਐਂਬੂਲੈਂਸ ਨੇ ਉਸ ਦੇ ਜ਼ਰੀਏ ਡੈੱਡ ਬੋਡੀਜ਼ ਨੇ ਜਿਹੜੇ ਉਹ ਸਿਵਲ ਹਸਪੀਟਲ ਪਹੁੰਚ ਚੁੱਕੀਆਂ ਨੇ। ਜਿਹੜੇ 2 ਜਣੇ, ਜਿਵੇਂ SHO ਵੀ ਦੱਸ ਰਹੇ ਸੀ ਕਿ 2 ਜਣੇ ਨੇ ਹਮਲਾ ਕੀਤਾ, ਕਿਆ ਉਹਨਾਂ ਨੂੰ ਡਿਟੇਨ ਕੀਤਾ ਗਿਆ? ਕੋਈ ਆਫੀਸ਼ੀਅਲ ਕਿਸੇ ਨੇ ਦੱਸਿਆ ਜਾਂ ਕਿਸੇ ਆਰਮੀ ਸੋਰਸ ਨੇ ਦੱਸਿਆ ਹੋਵੇ? ਦੇਖੋ, ਸੋਰਸਸ ਬੇਸ਼ੱਕ ਦੱਸ ਰਹੇ ਹੁਣ, ਜਿਸ ਤਰ੍ਹਾਂ ਕਨਫਰਮੇਸ਼ਨ ਨਹੀਂ ਕਿੰਨਾ ਦੇਰ ਹੁੰਦੀ, ਉਹਨਾਂ ਦੇਰ ਕਹਿਣਾ ਜਲਦਬਾਜ਼ੀ ਹੋਏਗਾ। ਇਹ ਜ਼ਰੂਰ ਕਹਿ ਰਹੇ ਕੁਝ ਬੰਦੇ ਡਿਟੇਨ ਜ਼ਰੂਰ ਕੀਤਾ ਗਿਆ, ਪਰ ਅਧਿਕਾਰੀ ਨੇ ਜਿਹੜੇ ਵੱਡੇ, ਚਾਹੇ SSP ਹੋਵੇ ਚਾਹੇ ADGP ਨਾਲ ਗੱਲਬਾਤ ਹੋ ਰਹੀ ਹੈ, ਉਹ ਰੂਟੀਨ 'ਚ ਇਹ ਕਹਿ ਰਹੇ ਕਿ ਹਜੇ ਕੋਈ ਇਸ ਤਰ੍ਹਾਂ ਦੀ ਕਨਫਰਮੇਸ਼ਨ ਨਹੀਂ ਹੈ। ਫੈਕਟਰੀ ਸਾਈਡ ਦਾ ਹੀ ਕੇਸ ਦੱਸਿਆ ਉਹਨਾਂ ਨੇ, ਹਲੇ ਵੀ ਉਸੇ ਸਟੈਂਡ ਤੇ ਨੇ? ਬਿਲਕੁਲ ਉਸੇ ਸਟੈਂਡ ਤੇ ਨੇ। ਕਹਿ ਰਹੇ ਕਿ ਆਪਸ ਵਿੱਚ ਲੜਾਈ ਜਿਹੜਾ ਹੋਈ ਸੀ ਉਸੇ ਚੀਜ਼ ਨੂੰ ਲੈ ਕੇ ਹੋਇਆਗਾ। ਫਿਲਹਾਲ ਡੈੱਡ ਬੋਡੀ ਉੱਤੇ ਪਹੁੰਚ ਚੁੱਕੀਆਂ ਨੇ, ਪੋਸਟਮਾਰਟਮ ਹੋਣਾ ਹੈ, ਉਸ ਤੋਂ ਬਾਅਦ ਬੋਡੀਜ਼ ਨੇ ਜਿਹੜੇ ਵਾਰਸਾਂ ਨੂੰ ਦੇਣੀਆਂ। ਲੰਬਾ ਖਾਸਾ ਪ੍ਰੋਸੈਸ ਹੈ, ਪਰ ਦੂਸਰੇ ਪਾਸੇ ਆਰਮੀ ਦੀ ਆਪਦੀ ਇੱਕ ਵੱਖਰੀ ਇੱਕ SIT ਟਾਈਪ ਬਣਾ ਦਿੱਤੀ ਗਈ ਹੈ। ਉਹ ਅਧਿਕਾਰੀ ਦੇਖ ਰਹੇ ਨੇ ਕਿ ਆਖਿਰਕਾਰ ਵਜ੍ਹਾ ਕੀ ਸੀ, ਰੰਜਿਸ਼ ਕੀ ਸੀ, ਕਿਸ ਗੱਲ ਨੂੰ ਲੈ ਕੇ ਹੋਇਆ। ਲੰਬੀ ਚਾੜੀ ਜਿਹੜੀ ਡਿਟੇਲ ਹੈ, ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਇਸ ਦੀ ਹੋਣੀ ਹੈ। ਪਰ ਦੂਸਰੇ ਪਾਸੇ ਪੁਲਿਸ ਕੋਲੇ ਜਿਹੜੀ ਦੇਰ ਰਾਤ ਕਹਿੰਦੇ ਕਿ ਕੰਪਲੇਂਟ ਪਹੁੰਚੀ ਹੈ ਕਿ ਵੈਪਨ ਜਿਹੜੇ ਗੁੰਮ ਹੋਏ ਦੀ ਗੱਲ ਕਰਦੇ ਹੈਗੇ, ਉਹਦੇ ਖਿਲਾਫ ਵੀ FIR ਦਰਜ ਹੋਣੀ ਹੈ। ਦੂਸਰੀ FIR ਸੈਕੰਡ ਇਹ ਹੋਏਗੀ ਕਿ ਜਿਹੜੇ ਅੰਦਰ ਇਨਸੀਡੈਂਟ ਹੋਇਆ, 4 ਬੰਦਿਆਂ ਦੀ ਮੌਤ ਹੋਈ ਹੈ, ਉਹ FIR ਵੀ ਇਸੇ ਕੈਂਟ ਪੁਲਿਸ ਥਾਣੇ ਦੇ ਵਿੱਚ ਦਰਜ ਹੋਣੀ ਹੈ। ਆਰਮੀ ਦੀ ਕੋਈ ਇੱਥੇ ਕੋਈ ਆਫੀਸ਼ੀਅਲ ਸਟੇਟਮੈਂਟ ਆਈ ਹੈ? ਬਠਿੰਡਾ ਕਿਸੇ ਨੇ ਗੱਲਬਾਤ ਕੀਤੀ ਹੋਵੇ? ਨਹੀਂ, ਜੋ ਵੀ ਇਨਫੋਰਮੇਸ਼ਨ ਆ ਰਹੀ ਹੈ ਥਰੂ ਦਿੱਲੀ ਆ ਰਹੀ ਹੈ ਜਾਂ ਚੰਡੀਗੜ੍ਹ ਆ ਰਹੀ ਹੈ ਜਾਂ ਆਰਮੀ ਬਣੀ ਹੋਈ ਈਮੇਲਸ ਨੇ ਜਿਹੜੀਆਂ, ਹਾਂ ਉੱਥੋਂ ਆ ਰਹੀ ਹੈ। ਬਿਲਕੁਲ ਠੀਕ ਹੈ।
ਤਾਂ ਜਿਵੇਂ ਸੂਰਜ ਵੀ ਗੌਰਵ ਜਾਣਕਾਰੀ ਦੇ ਰਹੇ ਸੀ ਕਿ ਸਾਊਥ ਵੈਸਟਰਨ ਜਿਹੜੀ ਕਮਾਂਡ ਹੈ ਜੈਪੁਰ ਦੇ ਅੰਦਰ, ਉੱਥੋਂ ਹੀ ਇਸ ਨੂੰ ਜਿਹੜਾ ਹੈ ਮੋਨੀਟਰ ਵੀ ਕੀਤਾ ਜਾ ਰਿਹਾ, ਦੂਜੇ ਪਾਸੇ ਜਾਣਕਾਰੀ ਵੀ ਉੱਥੋਂ ਹੀ ਸਾਂਝਾ ਕੀਤੀ ਜਾ ਰਹੀ ਹੈ। ਔਰ ਜਿਹੜੀ ਹੁਣ ਤੱਕ ਦੀ ਅਪਡੇਟ ਹੈ ਕਿ 2 ਜਣੇ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਔਰ ਜਿਨ੍ਹਾਂ ਤੇ ਹਮਲਾ ਹੋਇਆ 4 ਜਣਿਆਂ ਦੀ ਜਿਨ੍ਹਾਂ ਦੀ ਜਾਨ ਗਈ ਹੈ ਆਰਮੀ ਪਰਸਨਸ ਦੀ, ਤਾਂ ਉਹਨਾਂ ਦੀ ਡੈੱਡ ਬੋਡੀ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਹੈ ਆਰਮੀ ਦੇ ਵਹੀਕਲਸ ਦੇ ਅੰਦਰ ਹੀ, ਔਰ ਪੋਸਟਮਾਰਟਮ ਉੱਥੇ ਕੀਤਾ ਜਾਏਗਾ। ਔਰ ਇਸ ਮੁਤਲਕ ਇੱਕ ਕੰਪਲੇਂਟ ਕੱਲ ਦੀ ਸੀ ਜੋ ਵੈਪਨ ਚੋਰੀ ਹੋਇਆ ਉਸ ਦੀ ਕੰਪਲੇਂਟ ਆਈ ਐਸਐਚਓ ਉਹਨਾਂ ਕੋਲ, ਔਰ ਇਹ ਜੋ ਅੱਜ ਇਨਸੀਡੈਂਟ ਹੋਇਆ ਸਵੇਰੇ 4:30 ਵਜੇ ਇਸ ਮੁਤਲਕ ਦੋਨੇ ਕੰਪਲੇਂਟਸ ਹੈ ਔਰ ਇਸ ਮੁਤਲਕ ਐਫਆਈਆਰ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਨਾਲ ਹੀ ਇਨਵੈਸਟੀਗੇਸ਼ਨ ਵੀ ਅੱਗੇ ਕੀਤੀ ਜਾ ਰਹੀ ਹੈ ਕਿਉਂਕਿ ਫਰੈਕਟਰੀਸਾਈਡ ਇਸ ਨੂੰ ਜਿਵੇਂ ਏਡੀਜੀ ਉਹਨਾਂ ਨੇ ਕਿਹਾ, ਉਸ ਤੋਂ ਬਾਅਦ ਐਸਐਸਪੀ ਨੇ ਕਿਹਾ ਕਿ ਇੰਟਰਨਲ ਇਸ਼ੂ ਹੈ, ਤਾਂ ਆਪਸੀ ਕਿਸ ਤਰੀਕੇ ਦੀ ਕੰਡੀਸ਼ਨ ਸੀਗੀ ਉਸ ਨੂੰ ਐਨਾਲਾਈਜ਼ ਜ਼ਰੂਰ ਆਰਮੀ ਕਰ ਰਹੀ ਹੈ ਕਿਉਂਕਿ ਇਸ ਤਰੀਕੇ ਦੇ ਇਨਸੀਡੈਂਟ ਪਹਿਲਾਂ ਵੀ ਕੁਝ ਥਾਵਾਂ ਤੇ ਪੈਨ ਇੰਡੀਆ ਦੇਖਣ ਨੂੰ ਮਿਲਦੇ ਨੇ। ਇੱਕ ਹੋਰ ਪੁਆਇੰਟ, ਠੀਕ ਹੈ, ਜਿਹੜੇ 4 ਜਵਾਨ ਦੱਸੇ ਜਾ ਰਹੇ ਨੇ ਜਾਂ ਜਿਹੜੇ 4 ਜਿਨ੍ਹਾਂ ਦੀ ਮੌਤ ਹੋਈ ਹੈ ਕਿੱਥੋਂ ਦੇ ਨੇ, ਇਹ ਪਤਾ ਲੱਗ ਸਕਿਆ ਕਿ ਇਹ ਪੰਜਾਬ ਦੇ ਨਾਲ ਤਾਲੁਕ ਰੱਖਦੇ ਨੇ ਜਾਂ ਕਿਸੇ ਹੋਰ ਸਟੇਟ ਦੇ ਨਾਲ ਤਾਲੁਕ ਰੱਖਦੇ ਨੇ? देखो ਇਹ ਹਲੇ ਕਲੀਅਰ ਨਹੀਂ ਕੀਤਾ ਆਰਮੀ ਵੱਲੋਂ, ਵੈਸਟਰਨ ਸਾਊਥ ਵੈਸਟਰਨ ਕਮਾਂਡ ਵੱਲੋਂ ਕਲੀਅਰ ਨਹੀਂ ਕੀਤਾ ਗਿਆ ਕਿ ਉਹ ਕਿੱਥੇ ਦੇ ਨੇ, ਕਿੱਥੇ ਤਾਲੁਕਾਤ ਰੱਖਦੇ ਨੇ। ਇੰਨੀ ਇਨਫੋਰਮੇਸ਼ਨ ਦਿੱਤੀ ਗਈ ਕਿ ਉਹਨਾਂ ਦੀ ਫੈਮਿਲੀਜ਼ ਨੂੰ ਇਨਫੋਰਮ ਕਰ ਲਿਆ ਗਿਆ ਔਰ ਦੂਜੇ ਪਾਸੇ ਸਵੇਰੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਵੱਲੋਂ ਹਮਲਾ ਕੀਤਾ ਗਿਆ ਉਸ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ 45 ਕਿਲੋਮੀਟਰ 'ਚ ਪੂਰਾ ਇਹ ਮਿਲਟਰੀ ਸਟੇਸ਼ਨ ਫੈਲਿਆ ਹੋਇਆ ਹੈ ਔਰ ਇਸ ਅੰਦਰ ਉਸ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਸੀਗਾ। ਔਰ ਇਹ ਵੀ ਹਲੇ ਤੱਕ ਇਸ ਦਾ ਇਹ ਸਵਾਲ ਜ਼ਰੂਰ ਹੈ ਕਿ ਉਹ ਕਿੱਥੇ ਤਾਲੁਕਾਤ ਰੱਖਦੇ ਸੀ, ਕਿਹੜੇ ਏਰੀਏ ਦੇ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ, ਉਹ ਕੌਣ ਨੇ, ਕਿਸ ਏਰੀਏ ਨਾਲ ਤਾਲੁਕਾਤ ਰੱਖਦੇ ਨੇ ਔਰ ਕਿਸ ਕੰਡੀਸ਼ਨ ਕੀ ਸੀਗੀ, ਕਾਰਨ ਕੀ ਸੀਗਾ ਜੋ ਇੱਕ ਆਪਸੀ ਜਿਹੜੀ ਇਹ ਲੜਾਈ ਹੋਈ ਹੈ ਫਰੈਕਟਰੀਸਾਈਡ ਇਸ ਨੂੰ ਦੱਸਿਆ ਜਾ ਰਿਹਾ ਹੈ, ਤਾਂ ਇਸ ਦਾ ਕਾਰਨ ਕੀ ਸੀਗਾ ਔਰ ਪਛਾਣ ਕੀਤੀ ਜਾ ਰਹੀ ਹੈ। ਨਾਲ ਹੀ ਜੋ ਰਾਈਫਲ ਸੀਗੀ इंसास राइफल है उसके कार्ट्रिजेस सीगे वो कित्थों ले, क्यों ले, क्या किसी ने देखा नहीं, ता क्या अंदर कोई निगरानी जिन्हां दी जिम्मेवारी बनती है निगरानी रखना, ता उन्हां तो भी इस मुतलक जिहड़ा पूछा जाएगा। लेकिन जिन्नी क्लैरिटी है कि कौन और कदों डिटेन किया गया, क्या डिटेन किया भी गया है नहीं, या राइफल्स उन्होंने कब्जे च ले लिए हैं, किन्ने कार्ट्रिजेस ऐसे ने जो इस्तेमाल किए गए जो नहीं किए गए, क्या उस तो अलावा भी कोई असला या जिहड़ा कार्ट्रिजेस है वो है मौजूद, तो ये सारी चीज़ों ते क्लैरिटी जिहड़ी है ऑफिशियली आर्मी जरूर क्लीयर करेगी। सवेरे भी जदों एक बयान आया तो उस अंदर भी ये सवाल सीगा कि वो बंदा है किते जिसने हमला किया, 2 जने हुण दसे जा रहे हैं, तो जिन्हां ने वो हमला किया वो फड़े क्यों नहीं गए। सवेरे 4:30 की घटना है और हुण दोपहर के 2 बज रहे हैं, तो हुण तक उन्होंने फड़िया क्यों नहीं गया, जे फड़िया गया सी तो किस तरीके की इनिशियल जिहड़ी इन्वेस्टिगेशन है पुछगिछ है उन्हां तो कीती गई, किस नाल ताल्लुकात रखते हैं, क्या कोई आपसी फैक्ट्री साइड तो अलावा कोई एक्सटर्नल लिंक तो नहीं है। सब तो बड़ा खदशा ये होंदा है और इसी क्योंकि मिलिट्री स्टेशन के अंदर रेजिडेंशियल एरिया भी है, होर लोग भी ने, आर्मी पर्सनस भी ने, ऑफिसर्स भी ने, तो क्या उन्होंने कोई इस तरीके का खतरा तो नहीं सीगा, उसते भी जिहड़ी है वो पॉइंट्स दर पॉइंट फैक्चुअल आधार पर जिहड़ी इन्वेस्टिगेशन है वो की जा रही है और इसी एनालिसिस तो बाद क्लैरिटी आर्मी हो सकता है कि कुछ देर तक जिहड़ी है वो सांझी करे क्योंकि पोस्टमार्टम एक पासे जिहड़ा है किया जा रहा है और दूजे पासे जिन 2 हमलावर दसे जा रहे हैं, तो हो सकता है कि किसी ਨੂੰ शायद डिटेन किया गया होवे, लेकिन ऑफिशियल कंफर्मेशन की उड़ीक जरूर है। जिवें सूरज भी दस रहे सी, इन्हां दी भी गलबात अंदर हो रही है, लगातार साडी भी पुलिस अधिकारियों नाल सीनियर्स नाल गलबात हो रही है, तो एक कन्फर्मेशन क्योंकि प्राइमरी इन्वेस्टिगेशन तो बाद क्लैरिटी आर्मी और पुलिस अधिकारी गौरव देणगे। ठीक है, ਤੁਸੀਂ ਨਜ਼ਰ ਬਣਾਈ ਰੱਖੋ। ਫਿਲਹਾਲ ਦੇ ਲਈ ਧੰਨਵਾਦ ਅਮਨ ਤੁਹਾਡਾ, ਔਰ ਸੂਰਜ ਤੁਹਾਡੇ ਨਾਲ ਜੁੜੇ ਹੋਏ ਸੀ ਉਹਨਾਂ ਦਾ ਵੀ ਧੰਨਵਾਦ। ਤਾਂ ਲਾਜ਼ਮੀ ਤੌਰ ਤੇ ਇਸ ਸਮੇਂ ਹੋਰ ਜਾਣਕਾਰੀ ਕਿਸ ਤਰੀਕੇ ਨਾਲ ਨਿਕਲ ਕੇ ਸਾਹਮਣੇ ਆਉਂਦੀ ਹੈ ਉਸ ਦੇ ਉੱਤੇ ਨਜ਼ਰ ਆਣੇ ਕਿ ਆਰਮੀ ਦੇ ਵੱਲੋਂ ਹੋਰ ਅਫੀਸ਼ੀਅਲ ਤੌਰ ਦੇ ਉੱਤੇ ਸਟੇਟਮੈਂਟ ਕਿਹੜੀ ਦਿੱਤੀ ਜਾਂਦੀ ਹੈ ਔਰ ਕਦੋਂ ਦਿੱਤੀ ਜਾਂਦੀ ਹੈ। ਹੁਣ ਤੱਕ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ 4 ਲੋਕਾਂ ਦੀ ਮੌਤ ਹੋਈ ਹੈ, ਅੰਦਰ 4 ਜਵਾਨਾਂ ਦੀ ਮੌਤ ਹੋਈ ਹੈ, ਉਹਨਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਉਹਨਾਂ ਦੀ ਡੈਡ ਬੋਡੀਜ਼ ਨੂੰ, ਤੇ ਉਸ ਤੋਂ ਬਾਅਦ ਉਹ ਕਿੱਥੋਂ ਤਾਲੁਕ ਰੱਖਦੇ ਨੇ ਅਜੇ ਤੱਕ ਕਲੀਅਰ ਨਹੀਂ ਹੋ ਸਕਿਆ। ਪੁਆਇੰਟ ਨੰਬਰ ਨੈਕਸਟ, 2 ਲੋਕਾਂ ਨੇ ਹਮਲਾ ਕੀਤਾ, ਇਹ ਵੀ ਫਿਗਰ ਅਜੇ ਕਲੀਅਰ ਨਹੀਂ ਹੈ ਕਿ 2 ਨੇ ਕੀਤਾ ਜਾਂ 1 ਨੇ ਕੀਤਾ, ਪਰ ਪੁਲਿਸ ਦੀ ਸਟੇਟਮੈਂਟ ਹੈ ਬਠਿੰਡਾ ਪੁਲਿਸ ਦੀ ਕਿ ਇਨੀਸ਼ੀਅਲ ਤੌਰ ਦੇ ਉੱਤੇ ਮੁੱਢਲੀ ਜਾਣਕਾਰੀ ਜੋ ਹੈ ਉਸ ਦੇ ਵਿੱਚ ਲੱਗ ਰਿਹਾ ਕਿ 2 ਲੋਕਾਂ ਦੇ ਵੱਲੋਂ ਉੱਥੇ 2 ਹਮਲਾਵਰ ਸੀ ਜਿਨ੍ਹਾਂ ਨੇ ਹਮਲਾ ਕੀਤਾ। ਇਹ ਇੰਟਰਨਲ ਮਸਲਾ ਦੱਸਿਆ ਜਾ ਰਿਹਾ ਕਿ ਅੰਦਰੂਨੀ ਕੋਈ ਵਿਵਾਦ ਆਪਸ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ। ऑफिशियल तौर के उत्ते आर्मी आके जो इस बारे क्लीयर करती है कि आखिर किहड़ी ऐसी वजह सी जिस दी वजह दे नाल आर्मी दे अंदर उस पूरे एरिया दे अंदर रहन वाले आपस दे विच भिड़ गए, एडी किहड़ी गल हो गई जिस दी वजह नाल पूरा विवाद खड़ा हो गया और विवाद भी इन्ना
ਕਿ ਦੂਸਰੇ ਦੀ ਜਾਨ ਲੈ ਲਈ ਔਰ ਜਾਨ ਵੀ 4 ਲੋਕਾਂ ਦੀ ਲੈ ਲਈ। ਜਾਣਕਾਰੀ ਜੇ ਸਾਡੇ ਕੋਲ ਇਹ ਵੀ ਹੈ ਕਿ 5 ਨੂੰ ਟਾਰਗੇਟ ਕੀਤਾ ਗਿਆ ਸੀ ਤੇ 5ਵੇਂ ਨੇ ਇੱਕ ਕਮਰੇ ਦੇ ਵਿੱਚ ਵੜ ਕੇ ਉੱਥੋਂ ਉਸ ਨੂੰ ਬੰਦ ਕਰ ਲਿਆ ਦਰਵਾਜ਼ਾ ਤੇ ਆਪਣੀ ਜਾਨ ਬਚਾਈ ਹੈ। ਬਾਕੀ 4 ਦੀ ਮੌਤ ਹੋ ਗਈ। ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਪੋਸਟਮਾਰਟਮ ਦੇ ਲਈ ਭਜਵਾਈਆਂ ਗਈਆਂ ਨੇ ਹਸਪੀਟਲ ਦੇ ਵਿੱਚ। ਜੋ ਅੱਗੇ ਦਾ ਪ੍ਰੋਸੈਸ ਹੁੰਦਾ ਉਹ ਕੰਪਲੀਟ ਲਾਜ਼ਮੀ ਤੌਰ ਤੇ ਕੀਤਾ ਜਾਵੇਗਾ। ਪਰ ਪੁਆਇੰਟ ਇਹ ਵੀ ਹੈ ਇੱਥੇ ਕਿ ਜਿਨ੍ਹਾਂ ਨੇ ਹਮਲਾ ਕੀਤਾ, ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਉਹ ਕਿੱਥੇ ਨੇ? ਕਿਉਂਕਿ ਹੁਣ ਤੱਕ ਕਿਸੇ ਨੂੰ ਡਿਟੇਨ ਕੀਤਾ ਗਿਆ ਜਾਂ ਗ੍ਰਿਫਤਾਰ ਕੀਤਾ ਗਿਆ ਜਾਂ ਫੜ ਲਿਆ ਗਿਆ ਹੈ, ਅਜਿਹੀ ਤਾਂ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ। ਤਾਂ ਉਸ ਦੇ ਉੱਤੇ ਵੀ ਨਜ਼ਰ ਹੈ ਕਿ ਕਦੋਂ ਆਰਮੀ ਦੇ ਵੱਲੋਂ ਕਲੀਅਰ ਕੀਤਾ ਜਾਂਦਾ ਹੈ ਕਿ ਅਜੇ ਵੀ ਸਰਚ ਆਪਰੇਸ਼ਨ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ, ਜਾਂ ਫਿਰ ਕਿਸੇ ਇਲਾਕੇ ਦੇ ਵਿੱਚੋਂ ਲੁਕੇ ਹੋਏ ਨੇ ਔਰ ਜਾਂ ਫਿਰ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਜਾਂ ਪੂਰਾ ਆਪਰੇਸ਼ਨ ਕੰਪਲੀਟ ਹੋ ਗਿਆ ਹੈ। ਤਾਂ ਸਾਊਥ ਵੈਸਟਰਨ ਜਿਹੜੀ ਕਮਾਂਡ ਹੈ ਉਹਨਾਂ ਦੇ ਵੱਲੋਂ ਅਫੀਸ਼ੀਅਲ ਤੌਰ ਦੇ ਉੱਤੇ ਸਟੇਟਮੈਂਟ ਜਦੋਂ ਦਿੱਤੀ ਜਾਵੇਗੀ ਇਹ ਚੀਜ਼ਾਂ ਕਲੀਅਰ ਹੋਣਗੀਆਂ। ਆਰਮੀ ਦੇ ਨਾਲ ਜਦੋਂ ਕੋਈ ਜੁੜਿਆ ਮਸਲਾ ਹੁੰਦਾ ਹੈ, ਦੇਸ਼ ਦੀ ਸੁਰੱਖਿਆ ਦੇ ਨਾਲ ਲਾਜ਼ਮੀ ਤੌਰ ਤੇ ਮਸਲੇ ਅਜਿਹੇ ਜੁੜੇ ਹੁੰਦੇ ਨੇ। ਇਸ ਕਰਕੇ ਆਰਮੀ ਦੇ ਵੱਲੋਂ ਕੀ ਸਟੇਟਮੈਂਟਸ ਦਿੱਤੀਆਂ ਜਾਂਦੀਆਂ ਨੇ, ਜੇ ਪੁਲਿਸ ਵੀ ਅੰਦਰ ਹੁੰਦੀ ਹੈ ਜਾਂ ਜਾਂਚ ਕਰ ਰਹੀ ਹੁੰਦੀ ਹੈ ਤਾਂ ਉਹ ਵੀ ਇੱਕ ਲਿਮਿਟ ਦੀ ਹੀ ਜਾਂ ਇੱਕ ਪੁਆਇੰਟ ਤੱਕ ਹੀ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਇਸ ਕਰਕੇ ਇੰਤਜ਼ਾਰ ਥੋੜਾ ਜਿਹਾ ਕਰਨਾ ਹੋਏਗਾ ਕਿ ਆਰਮੀ ਦੇ ਵੱਲੋਂ ਕੋਈ ਅਫੀਸ਼ੀਅਲ ਤੌਰ ਦੇ ਉੱਤੇ ਸਟੇਟਮੈਂਟ ਦਿੱਤੀ ਜਾਵੇ ਜਾਂ ਆਰਮੀ ਦਾ ਕੋਈ ਵੱਡਾ ਅਧਿਕਾਰੀ ਬਾਹਰ ਆ ਕੇ ਗੱਲਬਾਤ ਮੀਡੀਆ ਦੇ ਨਾਲ ਕਰੇ। ਪੋਸੀਬਿਲਿਟੀਜ਼ ਇਹ ਵੀ ਹੈਗੀਆਂ ਨੇ ਕਿ ਦਿੱਲੀ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਵੇ ਜਾਂ ਜੈਪੁਰ ਦੇ ਵਿੱਚੋਂ, ਜਿਵੇਂ ਇਸ ਸਮੇਂ ਜਾਣਕਾਰੀ ਆ ਰਹੀ ਹੈ ਸਾਊਥ ਵੈਸਟਰਨ ਕਮਾਂਡ ਦੇ ਵੱਲੋਂ, ਤਾਂ ਜੈਪੁਰ ਤੋਂ ਵੀ ਹੋ ਸਕਦਾ ਹੈ ਕਿ ਕੋਈ ਅਫੀਸ਼ੀਅਲ ਸਟੇਟਮੈਂਟ ਜਾਰੀ ਕਰ ਦਿੱਤੀ ਜਾਵੇ।